ਨਾਨਕ ਸਿੰਘ ਦਾ ਨਾਵਲ ਗੰਗਾ ਜਲੀ ਵਿੱਚ ਸ਼ਰਾਬ ਦਾ ਅੰਗ 10ਵਾਂ। ਦਰਿਆ 'ਚ ਲਹਿਰਾਂ ਉੱਠਦੀਆਂ ਹਨ ਤੇ ਉੱਠ ਉੱਠ ਕੇ ਮਿਟਦੀਆਂ ਜਾਂਦੀਆਂ ਹਨ। ਉਹਨਾਂ ਦੇ ਰੂਪ ਨੂੰ ਕਲਪਦਾ ਹੋਇਆ ਕੋਈ ਇਹ ਨਹੀਂ ਦੱਸ ਸਕਦਾ ਕਿ ਉਹ ਕਿੱਥੋਂ ਪੈਦਾ ਹੋਈਆਂ, ਪੈਦਾ ਹੋਣ ਤੋਂ ਬਾਅਦ ਕਿੱਥੇ ਚਲੀਆਂ ਜਾਂਦੀਆਂ। ਇਹੋ ਹਾਲ ਮਨੁੱਖੀ ਮਨ ਦਾ ਹੈ। ਇਸ ਵਿੱਚ ਇੱਕ ਵੇਲੇ ਖਿਆਲਾਂ ਦੀਆਂ ਲਹਿਰਾਂ ਉੱਠਦੀਆਂ, ਦੂਜੇ ਵੇਲੇ ਉਹਨਾਂ ਦਾ ਕੋਈ ਥਹੁ ਪਤਾ ਨਹੀਂ ਹੁੰਦਾ। ਜੀਵਨ ਦੀ ਨਦੀ ਵਹਿੰਦੀ ਜਾਂਦੀ ਹੈ। ਉੱਦਾਂ ਦੀ ਹੀ ਕੋਈ ਲਹਿਰ ਮਦਨ ਦੇ ਹਿਰਦੇ ਸਾਗਰ 'ਚ ਉਛਾਲੇ ਮਾਰ ਰਹੀ ਸੀ ਜਦੋਂ ਕੰਪਨੀ ਬਾਗ ਵੱਲੋਂ ਹੁੰਦਾ ਪ੍ਰਕਾਸ਼ ਦੀ ਕੋਠੀ ਕੋਲ ਜਾ ਰਿਹਾ ਸੀ। ਪਰ ਜਦੋਂ ਉੱਥੋਂ ਮੁੜ ਕੇ ਘਰ ਵੱਲ ਤੁਰਿਆ ਤਾਂ ਪਹਿਲੀ ਲਹਿਰ ਉੱਤੇ ਕਿਸੇ ਦੂਜੀ ਨੇ ਗਲਬਾ ਪਾਇਆ ਸੀ। ਉਰਵਸ਼ੀ ਦੇ ਥਾਂ ਉਸ ਬੰਗਾਲਨ ਕੁੜੀ ਦੇ ਖਿਆਲਾਂ ਦੀ ਲਹਿਰ ਨਹੀਂ। ਉਰਵਸ਼ੀ ਉਸ ਵੇਲੇ ਉਹਦੇ ਚਿੱਤ ਚੇਤੇ ਵੀ ਨਹੀਂ ਸੀ। ਪ੍ਰਕਾਸ਼ ਦੇ ਸਬੰਧ ਵਿੱਚ ਵੀ ਇਹੋ ਲਹਿਰਾਂ ਵਾਲੀ ਅਦਲਾ ਬਦਲੀ ਜਾਰੀ ਸੀ। ਕੋਠੀ ਜਾਂਦੇ ਆਪਣੇ ਜ਼ਖਮਾਂ ਲਈ ਮੱਲਮ ਤੇ ਦੁੱਖਾਂ ਲਈ ਦਾਰੂ ਸਭ ਕੁਝ ਦੋਸਤ ਨੂੰ ਸਮਝ ਰਿਹਾ ਸੀ, ਪਰ ਵਾਪਸੀ ਉੱਤੇ ਉਹੀ ਪ੍ਰਕਾਸ਼ ਇੱਕ ਖਤਰਨਾਕ ਮਨੁੱਖਪਣੇ ਤੋਂ ਗਿਰਿਆ ਹੋਇਆ ਇੱਕ ਨੀਚ ਆਦਮੀ ਉਹਨੂੰ ਦਿਖਾਈ ਦੇ ਰਿਹਾ ਸੀ। ਘਰ ਪਹੁੰਚ ਕੇ ਉਹਨੇ ਅਨੁਭਵ ਕੀਤਾ ਜਿਵੇਂ ਉਰਵਸ਼ੀ ਦੀ ਯਾਦ ਉਸ ਤੋਂ ਕਿਤੇ ਪਿੱਛੇ ਦੂਰ ਰਹਿ ਗਈ ਹੈ। ਫਿਰ ਵੀ ਬੂਹਾ ਖੋਲ੍ਹਣ ਲੱਗਿਆ ਇੱਕ ਵਾਰੀ ਉਹਦਾ ਦਿਲ ਕੀਤਾ ਬਾਰੀ ਵੱਲ ਤੱਕੇ, ਪਰ ਚਾਹੁੰਦਾ ਹੋਇਆ ਵੀ ਉਹ ਆਪਣੀਆਂ ਅੱਖਾਂ ਨੂੰ ਖੁੱਲ੍ਹ ਨਾ ਦੇ ਸਕਿਆ। ਉਹਦੇ ਦਿਲ ਦੀ ਬੁਝੀ ਹੋਈ ਅੱਗ ਕਿਤੇ ਫੇਰ ਨਾ ਭੜਕ ਉੱਠੇ। ਪਰ ਸਵੇਰੇ ਉੱਠ ਕੇ ਜਦੋਂ ਆਪਣੇ ਨਿੱਤ ਕਰਮਾਂ 'ਚ ਪਰਵਰਤ ਹੋਇਆ, ਸੁਭਾਵਕ ਹੀ ਬਿਨਾਂ ਸੋਚੇ ਸਮਝੇ ਉਹਦੀ ਨਜ਼ਰ ਰੋਸ਼ਨਦਾਨ 'ਚ ਉੱਡ ਕੇ ਬਾਰੀ ਉੱਤੇ ਜਾ ਪਈ। ਚਿੱਕ ਉੱਥੇ ਨਹੀਂ ਸੀ। ਪਹਿਲਾਂ ਵਾਂਗੀ ਬਾਰੀ ਵਿੱਚੋਂ ਕਮਰੇ ਦਾ ਅੰਦਰਲਾ ਹਿੱਸਾ ਦਿਖਾਈ ਦੇ ਰਿਹਾ ਸੀ। ਤਾਂ ਕਿ ਇਹ ਮੇਰਾ ਸੁਪਨਾ ਸੀ ਜਾਂ ਇਸ ਵੇਲੇ ਜੋ ਕੋਈ ਤੱਕ ਰਿਹਾ ਇਹ ਸੁਪਨਾ ਹੈ? ਪਹਿਲੇ ਸੁਪਨੇ ਤੋਂ ਬਾਅਦ ਦੂਜਾ ਵੀ ਸੁਪਨਾ, ਫਿਰ ਅਸਲੀਅਤ ਕੀ ਹੈ? ਤੇ ਇਸ ਬੁਝਾਰਤ ਜਿਹੀ ਨੇ ਇੱਕ ਵਾਰੀ ਫਿਰ ਉਹਦੇ ਅੰਦਰ ਫੈਲਣਾ ਸ਼ੁਰੂ ਕੀਤਾ। ਪਰ ਮਦਨ ਅੱਜ ਕਾਫੀ ਚੌਕਸ ਸੀ। ਉਹਨੇ ਆਪਣੇ ਖਿਆਲਾਂ ਨੂੰ ਉਲਝਣ 'ਚ ਨਹੀਂ ਸੀ ਫਸਣ ਦੇਣਾ। ਜਿਉਂ ਹੀ ਕੋਈ ਇਹੋ ਜਿਹਾ ਫੁਰਨਾ ਉਹਦੇ ਅੰਦਰ ਫੁਰਨ ਲੱਗਦਾ ਕਿ ਉਸ ਤਰਕਤਾ ਉਹਨੂੰ ਦਬਾ ਦਿੰਦੀ। ਅੱਜ ਸੋਮਵਾਰ ਹੈ ਤੇ ਮੈਂ ਵਕਤ ਸਿਰ ਸਕੂਲ ਪਹੁੰਚਣਾ ਹੈ। ਉਹਨੇ ਨੋਟ ਬੁੱਕ ਸੰਭਾਲੀ, ਉਸ 'ਚ ਲਿਖਣਾ ਸ਼ੁਰੂ ਕੀਤਾ। ਲਾਰਡ ਹਾਰਡਿੰਗ, ਪੰਜਾਬ 'ਚ ਸਿੱਖ ਰਾਜ ਦਾ ਖੁਰਾ ਖੋਜ ਮਿਟਾਉਣ ਵਾਲਾ ਗਵਰਨਰ ਜਨਰਲ, ਸਿੱਖਾਂ ਉੱਤੇ 1.5 ਕਰੋੜ ਜੰਗੀ ਤਾਵਾਨ ਪਾ ਕੇ ਪੰਜਾਬ ਨੂੰ ਹੜੱਪ ਲੈਣ ਵਾਲਾ ਜ਼ਾਲਮ, ਸ਼ਾਹੀ ਘਰਾਣੇ 'ਚ ਫੁੱਟ ਪਵਾ ਕੇ ਉਸ ਆਪਣਾ ਉੱਲੂ ਸਿੱਧਾ ਕੀਤਾ। ਮਹਾਰਾਣੀ ਜਿੰਦਾ ਦੇ ਵਿਧਵਾ ਤੇ ਕੰਵਰ ਦਲੀਪ ਸਿੰਘ ਦੇ ਯਤੀਮ ਹੁੰਦੇ ਤਖਤ ਤੋਂ ਚੁੱਕ ਕੇ ਦੋਵਾਂ ਨੂੰ ਤਖਤੇ ਤੇ ਸੁੱਟਿਆ ਗਿਆ। ਸਾਰਾ ਕੰਮ ਜਲਦੀ ਜਲਦੀ ਮੁਕਾ ਕੇ ਮਦਨ ਘਰੋਂ ਨਿਕਲਿਆ ਤੇ ਬਿਨਾਂ ਇੱਧਰ ਉੱਧਰ ਨਜ਼ਰ ਉਠਾਇਆ ਸਕੂਲ ਵੱਲ ਟੁਰ ਪਿਆ। ਛੁੱਟੀ ਦੀ ਘੰਟੀ ਵੱਜੀ ਸੀ ਕਿ ਸਾਈਕਲ ਦੇ ਕੈਰੀਅਰ ਤੇ ਮਦਨ ਨੂੰ ਬਿਠਾਈ ਹੈਡਮਾਸਟਰ ਗੁਪਤਾ ਸਕੂਲ ਵਿੱਚੋਂ ਬਾਹਰ ਨਿਕਲਿਆ। ਕਿਉਂਕਿ ਮਦਨ ਕੋਲ ਆਪਣਾ ਸਾਈਕਲ ਨਹੀਂ ਸੀ। ਸਾਈਕਲ ਸੜਕ ਉੱਤੇ ਤੇਜ਼ੀ ਨਾਲ ਦੌੜਿਆ ਜਾ ਰਿਹਾ ਸੀ। ਕੈਰੀਅਰ ਤੇ ਬੈਠੇ ਮਦਨ ਦੇ ਦਿਮਾਗ 'ਚ ਸਾਈਕਲ ਤੇ ਫਰੀ ਵੀਲ ਨਾਲੋਂ ਵੀ ਤੇਜ਼ ਚੱਲ ਰਿਹਾ ਸੀ ਖਿਆਲਾਂ ਦਾ ਚੱਕਰ। ਕੀ ਕਿਸੇ ਇੱਜ਼ਤਦਾਰ ਘਰ ਦੀ ਜਵਾਨ ਲੜਕੀ ਨੂੰ ਪੜ੍ਹਾਉਣ ਜੋਗਾ ਸੁੱਚਾ ਚਾਲ ਚੱਲਣ ਹੈ ਮੇਰਾ? ਤੇ ਆਪਣੇ ਚਾਲ ਚੱਲਣ ਦੀ ਉਚਾਈ ਨੂੰ ਬੀਤ ਚੁੱਕੇ ਦਿਨਾਂ ਦੇ ਲੰਮੇ ਫੀਤੇ ਨਾਲ ਨਾਪਦਾ ਉਹ ਸੋਚਦਾ, ਕਾਸ਼ ਹੈਡਮਾਸਟਰ ਨੂੰ ਮੇਰੇ ਘਟੀਆਪਣੇ ਦਾ ਪਤਾ ਹੁੰਦਾ। ਉਹ ਕਿੰਨੇ ਭੁਲੇਖੇ 'ਚ ਹੈ, ਕਿੰਨੀ ਗਲਤ ਕੀਮਤ ਪਾਈ ਹੈ ਉਹਨੇ ਮੇਰੀ। ਮੈਂ ਕਿਉਂ ਨਾ ਇਨਕਾਰ ਕਰ ਦਿੱਤਾ ਇਹ ਟਿਊਸ਼ਨ ਲੈਣ ਤੋਂ? ਕਿੱਥੋਂ ਸ਼ੁਰੂ ਹੋ ਕੇ ਕਿੱਥੇ ਜਾ ਪੜੀ ਉਹਦੀ ਵਿਚਾਰ ਲੜੀ। ਮਦਨ ਆਪਣੀ ਬਣਨ ਵਾਲੀ ਸ਼ਾਗਿਰਦ ਦੀਆਂ ਕਈ ਵੱਖ-ਵੱਖ ਸ਼ਕਲਾਂ ਦਿਲ 'ਚ ਕਲਪੀ ਜਾ ਰਿਹਾ ਸੀ। ਨਾਲੋਂ ਨਾਲ ਹੈਡਮਾਸਟਰ ਦੇ ਕਹੇ ਹੋਏ ਵਾਕ ਉਹਦੇ ਕੰਨਾਂ 'ਚ ਜਿਵੇਂ ਕੋਈ ਦੁਹਰਾਈ ਜਾਂਦਾ ਸੀ। ਉਹ ਲੜਕੀ ਉਸ ਖਾਨਦਾਨ ਵਿੱਚੋਂ ਹੈ ਜਿਹੜੇ ਇੱਜ਼ਤ ਨੂੰ ਸਭ ਤੋਂ ਵੱਡੀ ਦੌਲਤ ਸਮਝਦੇ ਨੇ। ਤੁਹਾਡੀ ਜ਼ਾਤ ਉੱਤੇ ਮੈਂ ਓਨਾ ਹੀ ਭਰੋਸਾ ਕਰ ਸਕਦਾ ਜਿੰਨਾ। ਉਤਰੋ ਮਾਸਟਰ ਜੀ, ਉਹਨੂੰ ਹੈਡਮਾਸਟਰ ਨੇ ਕਿਹਾ ਤੇ ਨਾਲ ਹੀ ਸਾਈਕਲ ਦੀ ਤੋਰ ਹੌਲੀ ਹੋਣੀ ਸ਼ੁਰੂ ਹੋ ਗਈ। ਜਿਸ ਥਾਂ ਜਾ ਕੇ ਮਦਨ ਨੂੰ ਉਤਰਨਾ ਪਿਆ ਇਹ ਉਸ ਲਈ ਉੱਪਰੀ ਨਹੀਂ ਸੀ, ਐਨ ਆਪਣੇ ਘਰ ਦੇ ਬੂਹੇ ਅੱਗੇ। ਤਾਂ ਕਿ ਇੱਥੇ ਲੱਗ ਗਈ ਕਿਤੇ। ਉਹ ਅਜੇ ਪੂਰੀ ਗੱਲ ਸੋਚ ਵੀ ਨਹੀਂ ਸੀ ਸਕਿਆ ਕਿ ਹੈਡਮਾਸਟਰ ਉਹਨੂੰ ਆਪਣੇ ਪਿੱਛੇ ਟੁਰੇ ਆਉਣ ਦਾ ਇਸ਼ਾਰਾ ਕਰਕੇ ਪ੍ਰਭਾ ਦੇਵੀ ਦੇ ਬੂਹੇ ਅੰਦਰ ਦਾਖਲ ਹੋਇਆ। ਮਦਨ ਨੂੰ ਜਾਪਿਆ ਜਿਵੇਂ ਉਹ ਹੈਡਮਾਸਟਰ ਦੇ ਮਗਰ ਤੁਰਦਾ ਨਹੀਂ ਆ ਰਿਹਾ, ਸਗੋਂ ਕੋਈ ਉਹਨੂੰ ਲੱਤਾਂ ਤੋਂ ਫੜ ਕੇ ਘਸੀਟੀ ਲੈ ਹੀ ਜਾ ਰਿਹਾ। ਉਹੀ ਮਕਾਨ, ਉਹਦੇ ਘਰ ਦੇ ਐਨ ਸਾਹਮਣੇ ਵਾਲਾ ਉਹੀ ਜਿਹਦੀ ਬਾਰੀ ਅੱਗੇ ਕੱਲ੍ਹ ਚਿੱਕ ਤਣੀ ਹੋਈ ਵੇਖ ਕੇ ਉਹਦੇ ਸੀਨੇ 'ਚ ਟਿਕੀ ਹੋਈ ਦਿਲ ਦੀ ਟੁਕੜੀ ਆਪਣੀ ਥਾਂ ਤੋਂ ਕੁਝ ਉਖੜਦੀ ਉਹਨੂੰ ਮਹਿਸੂਸ ਹੋਈ ਸੀ। ਜਦੋਂ ਅੰਦਰਲੇ ਵਿਹੜੇ 'ਚ ਪਹੁੰਚ ਕੇ ਸੱਜੇ ਹੱਥ ਦੀਆਂ ਪੌੜੀਆਂ ਚੜ੍ਹ ਕੇ ਉਸ ਬਾਰੀ ਵਾਲੇ ਕਮਰੇ 'ਚ ਜਾ ਪਹੁੰਚਿਆ ਤਾਂ ਉਹਨੂੰ ਅਨੁਭਵ ਹੋਣ ਲੱਗਾ ਜਿਵੇਂ ਉਹਦੇ ਹੱਥਾਂ ਪੈਰਾਂ ਦੀਆਂ ਉਂਗਲਾਂ ਮੁੜਦੀਆਂ ਜਾ ਰਹੀਆਂ ਨੇ, ਉਹਦੇ ਸਰੀਰ ਦਾ ਲਹੂ ਜੰਮਦਾ ਜਾ ਰਿਹਾ। ਆਓ ਮਾਸਟਰ ਜੀ, ਹੈਡਮਾਸਟਰ ਨੇ ਪ੍ਰਭਾ ਦੇਵੀ ਦੇ ਸਾਹਮਣੇ ਰੁਕਦਿਆਂ ਮਦਨ ਨੂੰ ਕਿਹਾ। ਸ਼੍ਰੀਮਤੀ ਪ੍ਰਭਾ ਦੇਵੀ ਜੀ ਨਾਲ ਤੁਹਾਡੀ ਜਾਣ ਪਛਾਣ ਕਰਾਵਾਂ। ਮਦਨ ਨੂੰ ਇੱਕ ਹੋਰ ਵੀ ਫਿਕਰ ਹੋ ਗਿਆ। ਬਦਾਵਾਸੀ ਦੀ ਹਾਲਤ ਵਿੱਚ ਮਤੇਉਸ
ਉਹ ਸਾਊਪੁਣੇ ਤੋਂ ਵਿਰੁੱਧ ਕੋਈ ਹਰਕਤ ਕਰ ਪਏ, ਜਦਕਿ ਪ੍ਰਭਾ ਦੇਵੀ ਉੱਤੇ ਨਜ਼ਰ ਪੈਂਦੀਆਂ ਹੀ ਤੀਵੀਂ ਦੇ ਮੱਥੇ ਦੀਆਂ ਤਿਊੜੀਆਂ ਉਹਦੀ ਦ੍ਰਿਸ਼ਟੀ ਗੋਚਰ ਹੋਈਆਂ। ਮਾਸਟਰ ਮਦਨ ਜੀ, ਜਿਨ੍ਹਾਂ ਬਾਬਤ ਮੈਂ ਤੁਹਾਨੂੰ ਕਹਿ ਭੇਜਿਆ ਸੀ, ਹੈਡ ਮਾਸਟਰ ਪ੍ਰਭਾ ਦੇਵੀ ਨੂੰ ਉਪਰੋਕਤ ਵਾਕ ਕਹਿਣ ਤੋਂ ਬਾਅਦ ਮਦਨ ਵੱਲ ਸੰਬੋਧਿਤ ਹੋਇਆ। ਇਹ ਨੇ ਬੀਬੀ ਉਰਵਸ਼ੀ ਦੇ ਮਾਤਾ ਜੀ, ਜਿਨ੍ਹਾਂ ਬਾਬਤ ਇਹ ਤਾਂ ਸਾਡੇ ਗੁਆਂਢੀ ਰਹਿੰਦੇ ਨੇ, ਸਾਡੇ ਹੀ ਕਿਰਾਏਦਾਰ ਨੇ। ਵਿਚਾਲੇ ਪ੍ਰਭਾ ਦੇਵੀ ਬੋਲ ਉੱਠੀ। ਉਹਨੇ ਹੈਡਮਾਸਟਰ ਨੂੰ ਇਹ ਗੱਲ ਕਹਿੰਦਿਆਂ ਮਦਨ ਵਾਲੀ ਕੈਸੀ ਨਜ਼ਰੇ ਤੱਕਿਆ ਜਿਸ ਨਾਲ ਮਦਨ ਦਾ ਸਾਰਾ ਅੰਦਰ ਹਿੱਲ ਗਿਆ। ਉਹਦਾ ਦਿਲ ਇਸ ਵੇਲੇ ਧੱਕ ਧੱਕ ਕਰ ਰਿਹਾ ਸੀ। ਉਹਨੂੰ ਉਮੀਦ ਸੀ ਕਿ ਪ੍ਰਭਾ ਦੇਵੀ ਆਪਣੇ ਵਾਕਾਂ ਦੇ ਨਾਲ ਨਾਲ ਵਿਸ਼ੇਸ਼ਣ ਵੀ ਉਸ ਸੰਬੰਧੀ ਜੋੜ ਦੇਗੀ। ਲੋਫਰ, ਬਿਆਨੀਆਂ, ਕੁੜੀਆਂ ਵੱਲ ਦੀਦੇ ਪਾੜ ਤੱਕਣ ਵਾਲਾ ਅਥਵਾ ਇਸੇ ਤਰ੍ਹਾਂ ਦੇ ਕੁਝ ਹੋਰ ਸ਼ਬਦ। ਪਰ ਪ੍ਰਭਾ ਦੇਵੀ ਕੁਝ ਨਾ ਬੋਲੀ, ਚੰਗਾ ਨਾ ਮੰਦਾ। ਤੁਸੀਂ ਇੱਥੇ ਹੀ ਰਹਿੰਦੇ ਹੋ ਮਾਸਟਰ ਜੀ? ਪੂਰੇ ਹੁਲਾਸ ਹੈਡਮਾਸਟਰ ਨੇ ਕਿਹਾ। ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ। ਉਹ ਵੇਖਾਂ ਸਾਹਮਣੇ ਤਬੇਲੇ 'ਚ ਰਹਿੰਦੇ ਨੇ, ਬਾਰੀ ਵਿੱਚੋਂ ਸੰਕੇਤ ਕਰਕੇ ਪ੍ਰਭਾ ਦੇਵੀ ਨੇ ਹੈਡਮਾਸਟਰ ਨੂੰ ਦੱਸਿਆ। ਉਹਨੇ ਦੋਹਾਂ ਨੂੰ ਨਾਲ ਲਿਜਾ ਕੇ ਰੀਡਿੰਗ ਰੂਮ 'ਚ ਸੋਫੇ 'ਤੇ ਬਿਠਾਇਆ ਤੇ ਆਪ ਉਰਵਸ਼ੀ ਆਵਾਜ਼ ਦਿੰਦੇ ਹੋਏ ਬਾਹਰ ਨਿਕਲ ਗਈ। ਥੋੜ੍ਹੀ ਦੇਰ ਕਮਰੇ 'ਚ ਖਾਮੋਸ਼ੀ ਛਾਈ ਰਹੀ, ਜਿਹਨੂੰ ਤੋੜਦਾ ਹੋਇਆ ਹੈਡਮਾਸਟਰ ਬੋਲਿਆ, ਈਸ਼ਵਰ ਦੀ ਲੀਲਾ ਮਾਸਟਰ ਜੀ। ਸ਼੍ਰੀਮਤੀ ਪ੍ਰਭਾ ਦੇਵੀ ਜੀ ਨੂੰ ਤੁਸੀਂ ਅੱਜ ਜਿਸ ਹਾਲਤ 'ਚ ਵੇਖ ਰਹੇ ਹੋ, ਭਾਵੇਂ ਇਹ ਵੀ ਕਾਬਲੇ ਰਸ਼ਕ ਹੈ, ਪਰ ਜਿਸ ਉੱਚਾਈ ਤੋਂ ਕੁਦਰਤ ਨੇ ਇਹਨਾਂ ਨੂੰ ਹੇਠਾਂ ਸੁੱਟਿਆ ਹੈ, ਉਹਦਾ ਖਿਆਲ ਕਰਕੇ ਤਾਂ ਇਹੀ ਜਾਪੇਗਾ ਕਿ ਇਹ ਘਰਾਣਾ ਬੜੇ ਔਖੇ ਸਮੇਂ 'ਚੋਂ ਲੰਘ ਰਿਹਾ। ਉਰਵਸ਼ੀ ਦਾ ਪਿਤਾ ਇੱਕ ਵੱਡਾ ਵਪਾਰੀ ਸੀ, ਜਿਹਦੇ ਵਪਾਰ ਦੀਆਂ ਬ੍ਰਾਂਚਾਂ ਦਾ ਜਾਲ ਸਾਰੇ ਬਲੋਚਿਸਤਾਨ 'ਚ ਵਿਛਿਆ ਹੋਇਆ ਸੀ। ਕੋਟੇ ਦੇ ਭੁਚਾਲ ਨੇ ਵਿਚਾਰੇ ਨੂੰ ਐਸਾ ਗਰਦਸ਼ ਦੇ ਚੱਕਰ 'ਚ ਪਾਇਆ ਕਿ ਸਭ ਕੁਝ ਖਤਮ ਹੋ ਗਿਆ। ਪਰਿਵਾਰ ਦੇ 10-11 ਜੀਆਂ ਵਿੱਚੋਂ ਇਹ ਦੋਵੇਂ ਮਾਵਾਂ ਧੀਆਂ ਬਚੀਆਂ। ਵੱਡੇ ਘਰਾਂ ਦੀਆਂ ਕਹਿੰਦੇ ਨੇ ਘਰੋੜੀਆਂ ਵੀ ਮਾਣ ਨਹੀਂ ਹੁੰਦੀਆਂ। ਅਜੇ ਵੀ ਹੈਸੀਅਤ ਦੇ ਲਿਹਾਜ਼ ਨਾਲ ਇਹ ਵੱਡੇ ਵੱਡੇ ਪਤਵੰਤਿਆਂ ਤੋਂ ਪਾਣੀ ਭਰਾ ਸਕਦੀਆਂ ਨੇ। ਮਾਸਟਰ ਜੀ, ਦੌਲਤ ਹੀ ਤਾਂ ਸਭ ਕੁਝ ਨਹੀਂ ਹੁੰਦੀ। ਜੇ ਦੌਲਤ ਨਾਲ ਮਨੁੱਖਾਂ ਦੇ ਘਾਪੇ ਪੂਰੇ ਹੋ ਸਕਦੇ ਤਾਂ ਦੁਨੀਆ ਮਨੁੱਖਾਂ ਨੂੰ ਕਿਉਂ ਰੋਂਦੀ? ਮਦਨ ਨੇ ਵੇਖਿਆ ਹੈਡਮਾਸਟਰ ਦੀ ਆਵਾਜ਼ ਤੇ ਤੱਕਣੀ ਵਿੱਚੋਂ ਹਮਦਰਦੀ, ਸਤਿਕਾਰ ਦੇ ਭਾਵ ਡੁੱਲ ਪੈਂਦੇ ਸਨ। ਪਰ ਉਹਨੂੰ ਹੈਡਮਾਸਟਰ ਦੀਆਂ ਅੱਧੀਆਂ ਕੁ ਗੱਲਾਂ ਹੀ ਮਸੇ ਸਮਝ ਆਈਆਂ। ਉਹਦੀ ਆਪਣੀ ਹਾਲਤ ਇਸ ਵੇਲੇ ਉਸ ਆਦਮੀ ਵਰਗੀ ਸੀ ਜਿਹਦਾ ਇੱਕ ਹੱਥ ਕਿਸੇ ਨੇ ਸ਼ਿਕੰਜੇ 'ਚ ਦਿੱਤਾ ਹੋਇਆ ਹੋਵੇ ਤੇ ਦੂਜਾ ਫੁੱਲਾਂ ਦੇ ਢੇਰ 'ਚ। ਇਸੇ ਵੇਲੇ ਕਮਰੇ ਦੇ ਬੂਹੇ ਪਾਸੋਂ ਪਰਦੇ ਦੀ ਕੰਨੀ ਥੋੜ੍ਹੀ ਜਿਹੀ ਹਟੀ ਤੇ ਸੰਗ ਦੀ ਸੁੰਗੜਦੀ ਉਰਵਸ਼ੀ ਅੰਦਰ ਦਾਖਲ ਹੋਈ। ਜਾਪਦਾ ਸੀ ਜਿਵੇਂ ਉਹ ਸਿਰ ਦੇ ਵਾਲ ਸੱਜਰੀ ਵਾਹ ਕੇ ਆਈ ਹੈ। ਸਾੜੀ ਵੀ ਉਹਨੇ ਕਾਲੀ ਚੀ ਬਦਲੀ ਜਾਪਦੀ ਸੀ। ਮਦਨ ਦੀਆਂ ਅੱਖਾਂ ਚੁੰਦੀਆਂ ਆ ਗਈਆਂ। ਇਹ ਉਹ ਭੋਲਾ ਤੇ ਅਤ ਕੋਮਲ ਭਾਵਾਂ ਨਾਲ ਓਤ-ਪੋਤ ਚਿਹਰਾ ਸੀ ਜਿਹਦੇ ਕੁਝ ਝਲਕਾਰੇ ਉਹਦੀਆਂ ਅੱਖਾਂ ਇਹ ਤੋਂ ਪਹਿਲਾਂ ਕਈ ਵਾਰ ਵੇਖ ਚੁੱਕੀਆਂ ਸੀ। ਨਮਸਤੇ ਚਾਚਾ ਜੀ। ਆਉਂਦਿਆਂ ਹੀ ਉਰਵਸ਼ੀ ਨੇ ਕੁਝ ਝੁੱਕ ਕੇ, ਕੁਝ ਮੁਸਕਰਾ ਕੇ, ਕੁਝ ਸ਼ਰਮਾ ਕੇ ਹੈਡਮਾਸਟਰ ਨੂੰ ਸੰਬੋਧਨ ਕੀਤਾ ਤੇ ਉਹਦੇ ਨਾਲ ਇੱਕ ਬੱਚਾਵੀਂ ਜੀ ਨਜ਼ਰੇ ਲਾਗੇ ਬੈਠੇ ਮਦਨ ਵੱਲ ਵੀ ਤੱਕੀ। ਨਮਸਤੇ। ਹੈਡਮਾਸਟਰ ਨੇ ਉਹਨੂੰ ਆਪਣੇ ਲਾਗੇ ਬਿਠਾਉਂਦਿਆਂ ਕਿਹਾ। ਸੁਣਾ ਉਰਵਸ਼ੀ, ਰਾਜੀ ਹੈ? ਹਾਂਜੀ। ਪੜ੍ਹਾਈ ਚੰਗੀ ਹੋ ਰਹੀ ਹੈ? ਹਾਂਜੀ। ਸੁਣਿਆ ਮਿਊਜ਼ਿਕ ਸਿੱਖ ਰਹੀ ਹੈ? ਹਾਂਜੀ। ਕੋਲ ਬੈਠਾ ਮਦਨ ਉਹਦਾ ਹਰ ਇੱਕ ਸਵਾਲ ਦੇ ਜਵਾਬ 'ਚ ਇੱਕੋ ਸ਼ਬਦ ਹਾਂਜੀ ਹਾਂਜੀ ਸੁਣ ਰਿਹਾ ਸੀ। ਉਹਨੂੰ ਲੱਗਦਾ ਜਿਵੇਂ ਜਿੰਨੀ ਵਾਰੀ ਵੀ ਇਹ ਹਾਂਜੀ ਉਰਵਸ਼ੀ ਦੀਆਂ ਬੁੱਲੀਆਂ 'ਚੋਂ ਨਿਕਲਦਾ ਹੈ, ਉਨੀ ਵਾਰੀ ਇੱਕ ਮਧੁਰ ਜਿਹੇ ਖੇੜੇ ਦੀ ਲਪਟ ਸਾਰੇ ਕਮਰੇ ਨੂੰ ਮਹਿਕਾ ਜਾਂਦੀ, ਜਿਵੇਂ ਹੁਸਨ ਦੇ ਦੋ ਬੰਦ ਕਵਾੜਾਂ ਦੇ ਰੱਤਾਂ ਕੂ ਖੁੱਲ੍ਹਦਿਆਂ ਹੀ ਇਸ ਸ਼ਬਦ ਦੇ ਨਾਲ ਸੁਹਾਪਣ ਦੇ ਅੰਬਾਰ 'ਚੋਂ ਇੱਕ ਅੱਧਾ ਟੋਟਾ ਨਿਕਲ ਕੇ ਇਸ ਕਮਰੇ ਦੀ ਹਵਾ ਵਿੱਚ ਘੁਲ ਜਾਂਦਾ, ਜਿਹੜਾ ਸਿਤਾਰ ਦੀ ਤਰਬ ਵਾਂਗ ਆਪਣੇ ਪਿੱਛੇ ਇੱਕ ਕੰਬਦੀ ਜੀ ਥਰਕਦੀ ਜੀ ਗੁੰਜਾਰ ਛੱਡ ਜਾਂਦਾ ਹੈ। ਹਲਕੇ ਉਨਾਬੀ ਰੰਗ ਦੇ ਰੇਸ਼ਮੀ ਬਲਾਊਜ਼ 'ਚੋਂ ਉਰਵਸ਼ੀ ਦੀਆਂ ਅੱਧ ਨੰਗੀਆਂ ਬਾਹਾਂ ਤੱਕ ਕੇ ਉਹਨੂੰ ਜਾਪਦਾ ਜਿਵੇਂ ਹਾਥੀ ਦੰਦ ਨੂੰ ਚੀਰ ਕੇ ਕੱਢੇ ਹੋਏ ਦੋ ਗੁੱਲੇ ਕਿਸੇ ਕਾਰੀਗਰ ਨੇ ਉਹਦੀਆਂ ਵੱਖੀਆਂ ਨਾਲ ਟਿਕਾ ਦਿੱਤੇ ਹੋਣ। ਉਹਦੀਆਂ ਪਤਲੀਆਂ ਉਂਗਲਾਂ ਦੇ ਅੰਗਰੇਜ਼ੀ ਤਰੀਕੇ ਨਾਲ ਤਰਾਸ਼ੇ ਨੋਹਾਂ ਉੱਤੇ ਨੇਲ ਪਾਲਿਸ਼ ਦੀ ਲਾਲੀ ਲਿਸ਼ਕ ਰਹੀ ਸੀ। ਸੁਹੱਪਣ ਪਾਰਖੂ ਅੱਖਾਂ ਮਦਨ ਦੀਆਂ ਪਤਾ ਨਹੀਂ ਅਜੇ ਪੂਰੀ ਤਰ੍ਹਾਂ ਰੌਸ਼ਨ ਹੋਈਆਂ ਸਨ ਕਿ ਨਹੀਂ, ਪਰ ਉਹਨੂੰ ਇੰਨਾ ਜ਼ਰੂਰ ਯਕੀਨ ਹੋ ਗਿਆ ਕਿ ਸੁੰਦਰਤਾ ਦਾ ਜੇ ਕੋਈ ਠੋਸ ਆਕਾਰ ਮਿਥਿਆ ਜਾ ਸਕਦਾ ਹੈ ਤਾਂ ਇਦੋਂ ਵੱਧ ਕੁਝ ਨਹੀਂ ਹੋਣਾ ਜੋ ਇਸ ਵੇਲੇ ਉਹਦੀਆਂ ਅੱਖਾਂ ਵੇਖ ਰਹੀਆਂ ਸਨ। ਅੱਛਾ ਉਰਵਸ਼ੀ, ਹੈਡਮਾਸਟਰ ਕਹਿ ਰਿਹਾ ਸੀ, ਟਿਊਸ਼ਨ ਲਈ ਕਿਹੜਾ ਵਕਤ ਤੈਨੂੰ ਸੂਟ ਕਰੇਗਾ? ਮਾਸਟਰ ਹੋਣੀ ਤੈਨੂੰ 1.5 ਘੰਟਾ ਰੋਜ਼ਾਨਾ ਵਕਤ ਦੇ ਸਕਣਗੇ। ਇੱਕ ਗੱਲ ਦੱਸਦੇ ਹਾਂ, ਇਹਨਾਂ ਦੇ ਸਾਧ ਮੁਰਾਦੇ ਹੋਲੀਏ ਵੱਲ ਨਾ ਜਾਈਂ, ਬੜੇ ਗੁਣੀ ਆਦਮੀ ਨੇ। ਸਾਰੇ ਸਟਾਫ 'ਚੋਂ ਮੈਂ ਜੇ ਇਹਨਾਂ ਨੂੰ ਤੇਰੀ ਟਿਊਸ਼ਨ ਲਈ ਚੁਣਿਆ ਤਾਂ ਤੈਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹਦੀ ਜ਼ਰੂਰ ਕੋਈ ਵਜ੍ਹਾ ਹੋਏਗੀ। ਕਈ MA ਤੇ BA BT ਟੀਚਰਾਂ ਉੱਤੇ ਮੈਂ ਇੱਕ ਨਿਰੇ BA ਨੂੰ ਤਰਜੀਹ ਐਵੇਂ ਨਹੀਂ ਦਿੱਤੀ। ਕਿਤਾਬੀ ਤਾਲੀਮ ਨਾਲੋਂ ਅਖਲਾਕੀ ਤਾਲੀਮ ਦੀ ਕੀਮਤ ਮੇਰੀ ਨਜ਼ਰ 'ਚ ਬਹੁਤ ਜ਼ਿਆਦਾ ਹੈ। ਮੇਰੇ ਕਹਿਣ ਦਾ ਮਤਲਬ ਹੈ ਇਹਨਾਂ ਦਾ
ਤੂੰ ਤੇ ਤੇਰੀ ਮਾਤਾ ਜੀ ਓਨਾ ਹੀ ਭਰੋਸਾ ਕਰ ਸਕਦੇ ਹੋ ਜਿੰਨਾ ਮੇਰਾ। ਉਰਵਸ਼ੀ ਨੇ ਕੁਝ ਝਿਜਕ ਨਾਲ ਤੇ ਕੁਝ ਸੰਭਾਲ ਨਾਲ ਮਦਨ ਵੱਲ ਥੋੜ੍ਹੀ ਜਿਹੀ ਨਜ਼ਰ ਫੇਰੀ, ਮਾਨੋ ਦੱਸਣਾ ਚਾਹੁੰਦੀ ਹੋਵੇ ਕਿ ਜੋ ਕੁਝ ਹੈਡਮਾਸਟਰ ਨੇ ਉਸ ਬਾਬਤ ਕਿਹਾ ਉਹ ਸਾਰਾ ਹੀ ਸੱਚ ਹੈ। ਤੇ ਮਦਨ ਦੀਆਂ ਅੱਖਾਂ ਉਰਵਸ਼ੀ ਵੱਲ ਇਸ ਭਾਵ ਨਾਲ ਉੱਠੀਆਂ ਕਿ ਉਰਵਸ਼ੀ ਤੇ ਉਹਦੇ ਉੱਚੇ ਸੁੱਚੇ ਖਾਨਦਾਨ ਬਾਬਤ ਜੋ ਕੁਝ ਹੈਡਮਾਸਟਰ ਨੇ ਉਹਨੂੰ ਸਕੂਲ ਦੇ ਦਫ਼ਤਰ 'ਚ ਕਿਹਾ ਸੀ ਕਿ ਉਹ ਸਾਰਾ ਸੱਚ ਹੈ। ਹੈਡਮਾਸਟਰ ਨੇ ਫਿਰ ਪੁੱਛਿਆ, ਕਿਉਂ ਪੁੱਤਰ, ਕਿਹੜਾ ਵਕਤ ਤੂੰ ਪਸੰਦ ਕਰੇਂਗੀ? ਮਾਤਾ ਜੀ ਨੂੰ ਪੁੱਛ ਲਓ, ਜਿਹੜਾ ਕਹਿਣਗੇ। ਉਰਵਸ਼ੀ ਨੇ ਕੁਰਸੀ ਦੀ ਬਾਹੀ ਵੱਲ ਤੱਕਦਿਆਂ ਤੇ ਉਹਦੇ ਪਾਲਿਸ਼ ਉੱਤੇ ਉਂਗਲ ਰਗੜਦਿਆਂ ਕਿਹਾ, ਪੜ੍ਹਨਾ ਤੂੰ ਏ ਤੇ ਕਿ ਤੇਰੀ ਮਾਤਾ ਜੀ ਨੇ? ਹੈਡਮਾਸਟਰ ਨੇ ਕੁਝ ਐਸਾ ਮਜ਼ਾਕੀਆ ਜਿਹਾ ਮੂੰਹ ਬਣਾ ਕੇ ਕਿਹਾ ਕਿ ਦੋਵੇਂ ਹੱਸ ਪਏ। ਤਦੇ ਪ੍ਰਭਾ ਦੇਵੀ ਅੰਦਰ ਆ ਪਹੁੰਚੀ। ਪੜ੍ਹਾਈ ਦਾ ਵਕਤ ਮੁਕਰਰ ਕਰਨ ਲਈ ਬਹੁਤੀ ਖਿੱਚਾ ਖਿੱਚੀ ਉਹਨਾਂ ਨੂੰ ਨਹੀਂ ਕਰਨੀ ਪਈ। 7:30 ਤੋਂ 9 ਤੱਕ ਦਾ ਫੈਸਲਾ ਹੋਇਆ। ਮਦਨ ਨੂੰ ਪ੍ਰਭਾ ਦੇਵੀ ਕੁਝ ਉਖੜੀ ਮਾਲੂਮ ਹੋਈ, ਜਿਵੇਂ ਕੋਈ ਉਤਲੇ ਦਿਲੋਂ ਗੱਲਾਂ ਕਰ ਰਿਹਾ ਹੁੰਦਾ ਹੈ। ਇਸ ਹਾਲਤ ਵਿੱਚ ਹੋਰ ਬੈਠਣਾ ਉਹਨੂੰ ਭਾਰੀ ਮਾਲੂਮ ਹੋ ਰਿਹਾ ਸੀ। ਉਹ ਹੈਡਮਾਸਟਰ ਤੇ ਪ੍ਰਭਾ ਦੇਵੀ ਵੱਲ ਵਾਰੀ ਤੱਕ ਕੇ ਬੋਲਿਆ, ਅੱਛਾ ਮੈਨੂੰ ਇਜਾਜ਼ਤ ਹੈ, ਮੈਂ ਜ਼ਰਾ ਇੱਕ ਜ਼ਰੂਰੀ ਕੰਮ ਲਈ ਜਾਣਾ ਹੈ, ਚਲੋ ਮੈਂ ਵੀ ਚੱਲਣਾ ਵਾਂ। ਕਹਿ ਕੇ ਹੈਡਮਾਸਟਰ ਵੀ ਉੱਠ ਖੜੋਤਾ, ਪਰ ਪ੍ਰਭਾ ਦੇਵੀ ਨੇ ਉਹਨੂੰ ਇਹ ਆਖ ਕੇ ਮੁੜ ਬਿਠਾ ਲਿਆ, ਤੁਸੀਂ ਜ਼ਰਾ ਬੈਠੋ ਭਰਾ ਜੀ, ਇੱਕ ਹੋਰ ਵੀ ਸਲਾਹ ਕਰਨੀ ਤੁਹਾਡੇ ਨਾਲ। ਹੈਡਮਾਸਟਰ ਮੁੜ ਕੇ ਬੈਠ ਗਿਆ ਤੇ ਮਦਨ ਬਾਹਰ ਨਿਕਲ ਕੇ ਹੇਠਾਂ ਉਤਰ ਗਿਆ। ਪ੍ਰਭਾ ਦੇਵੀ ਤੇ ਹੈਡਮਾਸਟਰ ਦੇ ਟੱਬਰਾਂ 'ਚ ਸਾਂਝ ਭਾਵੇਂ ਬਹੁਤੇ ਚਿਰ ਦੀ ਨਹੀਂ, ਪਰ ਹਮਦਰਦੀ ਦੇ ਕੁਝ ਪਲ ਕਈ ਵਾਰੀ ਸਮੇਂ ਦੀ ਲੰਮੀ ਤੋਂ ਲੰਮੀ ਦੌੜ ਨੂੰ ਵੀ ਮਾਤ ਪਾ ਦਿੰਦੇ ਆ। ਇਹੋ ਜਿਹਾ ਪ੍ਰੇਮ ਭਾਵ ਹੈ ਨਾ ਦੋਹਾਂ ਟੱਬਰਾਂ 'ਚ। ਸ਼ੁਰੂ 'ਚ ਜਦ ਇਹ ਦੋਵੇਂ ਮਾਵਾਂ ਧੀਆਂ ਇਸ ਸ਼ਹਿਰ ਆ ਕੇ ਟਿਕੀਆਂ ਸੀ ਤੇ ਸਭ ਤੋਂ ਪਹਿਲਾਂ ਇੱਕ ਹੋਰ ਮਹੱਲੇ 'ਚ ਇਹਨਾਂ ਨੇ ਕਿਰਾਏ 'ਤੇ ਇੱਕ ਮਕਾਨ ਲਿਆ ਸੀ, ਜਿਹਦੇ ਨਾਲ ਵਾਲੇ ਮਕਾਨ 'ਚ ਹੈਡਮਾਸਟਰ ਆਪਣੀ ਘਰਵਾਲੀ ਤੇ 2 ਲੜਕੀਆਂ ਸਮੇਤ ਰਹਿੰਦਾ ਸੀ। ਹੈਡਮਾਸਟਰ ਦੀ ਵੱਡੀ ਲੜਕੀ ਕਮਲਾ ਉਰਵਸ਼ੀ ਦੀ ਹਾਨਣ ਸੀ, ਜਿਹੜੇ ਹੋਰ ਕੁਝ ਚਿਰ ਬਾਅਦ ਉਹਦੀ ਜਮਾਤਨ ਵੀ ਬਣ ਗਈ, ਕਿਉਂਕਿ ਹੈਡਮਾਸਟਰ ਦੀ ਮਦਦ ਨਾਲ ਉਰਵਸ਼ੀ ਉਸ ਪਾਠਸ਼ਾਲਾ 'ਚ ਦਾਖਲ ਹੋਈ। ਇਹ ਤੋਂ ਬਾਅਦ 1.5-2 ਸਾਲ ਦੋਵੇਂ ਇੱਕ ਜਮਾਤ 'ਚ ਪੜ੍ਹਦੀਆਂ ਰਹੀਆਂ। ਕਮਲਾ ਨੇ ਤਾਂ ਪਿਛਲੇ ਸਾਲ 10ਵੀਂ ਪਾਸ ਕਰਨ ਤੋਂ ਬਾਅਦ ਕਾਲਜ ਜੁਆਇਨ ਕਰ ਲਿਆ, ਪਰ ਉਰਵਸ਼ੀ ਵਿਚਾਰੀ ਫੇਲ ਹੋ ਜਾਣ ਕਰਕੇ ਸਕੂਲ 'ਚ ਹੀ ਫਸੀ ਰਹੀ। ਕੁਝ ਚਿਰ ਬਾਅਦ ਪ੍ਰਭਾ ਦੇਵੀ ਨੇ ਇੱਥੇ ਗੁਰੂ ਨਾਨਕਪੁਰਾ ਮਹੱਲੇ ਦੀ ਗਲੀ ਨੰਬਰ 11 'ਚ ਆਪਣਾ ਮਕਾਨ ਖਰੀਦ ਲਿਆ, ਜਿਸ ਕਰਕੇ ਦੋਵਾਂ ਪਰਿਵਾਰਾਂ ਨੂੰ ਨਿਖੜਨਾ ਪੈ ਗਿਆ। ਕੁਝ ਚਿਰ ਤੋਂ ਪ੍ਰਭਾ ਦੇਵੀ ਅਕਸਰ ਦੂਜੇ ਚੌਥੇ ਦਿਨ ਜ਼ਰੂਰ ਹੈਡਮਾਸਟਰ ਦੇ ਘਰ ਜਾ ਆਉਂਦੀ ਹੈ। ਜਦ ਤੋਂ ਉਸ ਨੂੰ ਹੈਡਮਾਸਟਰ ਦੀ ਵਹੁਟੀ ਨੇ ਇੱਕ ਮੁੰਡੇ ਦੀ ਦੱਸ ਪਾਈ। ਮੁੰਡਾ ਹੈਡਮਾਸਟਰ ਦੇ ਰਿਸ਼ਤੇਦਾਰਾਂ 'ਚੋਂ ਸੀ, ਜਿਹਦਾ ਪਿਓ ਇੱਕ ਸਰਕਾਰੀ ਅਹੁਦੇ 'ਤੇ ਸੀ। ਪਿਓ ਦੀ ਮਦਦ ਨਾਲ ਪੁੱਤਰ ਵੀ 700-800 ਦੀ ਸਾਮੀ 'ਤੇ ਜਾ ਲੱਗਾ ਸੀ। ਮੁੰਡੇ ਬਾਬਤ ਜਿਹੜੀ ਸਭ ਤੋਂ ਵੱਡੀ ਗੱਲ ਨੇ ਪ੍ਰਭਾ ਦੇਵੀ ਨੂੰ ਪ੍ਰਭਾਵਿਤ ਕੀਤਾ, ਇਹ ਸੀ ਲੱਖਾਂ ਦੀ ਜਾਇਦਾਦ, ਜਿਹਦਾ ਵੀ ਇਕੱਲਾ ਵਾਰਸ ਸੀ। ਕੋਈ ਭੈਣ ਭਰਾ ਉਹਦਾ ਨਹੀਂ ਸੀ। ਪ੍ਰਭਾ ਦੇਵੀ ਦੇ ਦਿਲ 'ਚ ਉਸੇ ਘੜੀ ਤੋਂ ਆਸਾਂ ਦੇ ਮਹਿਲ ਉਸਰਨ ਲੱਗ ਪਏ। ਇੰਨਾ ਸ਼ਾਨਦਾਰ ਵਰ ਜੇ ਉਹਨੂੰ ਉਰਵਸ਼ੀ ਲਈ ਮਿਲ ਜਾਏ ਤਾਂ ਹੋਰ ਕੀ ਚਾਹੀਦਾ ਹੈ। ਪਤੀ ਪਤਨੀ ਦੇ ਇਸ ਕੰਮ ਵਿੱਚ ਉਹਦੀ ਪੂਰੀ ਮਦਦ ਕਰਨ ਦਾ ਭਰੋਸਾ ਦਿਵਾਇਆ, ਪਰ ਨਾਲੇ ਵੀ ਦੱਸਦਾ ਕਿ ਮੁੰਡਾ ਹੈ ਜ਼ਰਾ ਫੂੰ-ਫਾਂ ਵਾਲਾ। ਉਹ ਵਹੁਟੀ ਇਹੋ ਜਿਹੀ ਚਾਹੁੰਦਾ ਜਿਹੜੀ 16 ਆਨੇ ਅਪ ਟੂ ਡੇਟ ਹੋਣ ਤੋਂ ਛੁੱਟ ਸਾਹਿਤ ਤੇ ਸੰਗੀਤ ਦਾ ਵੀ ਸ਼ੌਕ ਰੱਖਦੀ ਹੋਵੇ। ਇਹਦੇ ਉੱਤਰ 'ਚ ਪ੍ਰਭਾ ਦੇਵੀ ਨੇ ਉਹਨੂੰ ਵਿਸ਼ਵਾਸ ਦਿਵਾਇਆ ਕਿ ਉਰਵਸ਼ੀ ਨੂੰ ਹਰ ਪੱਖ ਤੋਂ ਵਰ ਦੇ ਅਨੁਕੂਲ ਬਣਾਉਣ ਦੀ ਕੋਸ਼ਿਸ਼ ਕਰੇਗੀ। ਇੱਧਰ ਪਿਛਲੇ ਕੁਝ ਦਿਨਾਂ ਤੋਂ ਉਰਵਸ਼ੀ ਦਾ ਝੁਕਾਅ ਮਦਨ ਵੱਲ ਵੇਖ ਕੇ ਪ੍ਰਭਾ ਦੇਵੀ ਨੂੰ ਬਾਰੀ ਅੱਗੇ ਚਿੱਕ ਤਾਨਣੀ ਪਈ, ਪਰ ਮਾਮਲਾ ਇੰਨੇ ਵਿੱਚ ਹੀ ਖਤਮ ਨਹੀਂ ਸੀ ਹੋ ਗਿਆ। ਉਰਵਸ਼ੀ ਏਡੀ ਅਣਜਾਣ ਨਹੀਂ ਸੀ ਕਿ ਮਾਂ ਦੀ ਇਸ ਕਿਰਿਆ ਤੋਂ ਅਸਲੀਅਤ ਨੂੰ ਨਾ ਸਮਝ ਜਾਂਦੀ। ਪ੍ਰਭਾ ਦੇਵੀ ਵੱਲੋਂ ਉਸ ਉੱਤੇ ਇਹੋ ਜਿਹੀਆਂ ਬੰਦਿਸ਼ਾਂ ਦਾ ਹੋਣਾ ਕੋਈ ਨਵੀਂ ਗੱਲ ਤਾਂ ਨਹੀਂ ਸੀ। ਜਦ ਤੋਂ ਉਰਵਸ਼ੀ ਨੇ ਜਵਾਨੀ 'ਚ ਪੈਰ ਰੱਖਿਆ, ਮਾਂ ਦੀਆਂ ਰਾਖੀਆਂ ਚਾਕੀਆਂ ਉਸ ਲਈ ਸਧਾਰਨ ਗੱਲ ਹੋ ਗਈ ਹੈ। ਆਰੰਭ ਵਿੱਚ ਤਾਂ ਉਰਵਸ਼ੀ ਨੇ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ, ਪਰ ਜਿਉਂ ਜਵਾਨੀ ਦੇ ਨਾਲ ਉਹਦੀ ਸੂਝ ਵੀ ਸਿਆਣੀ ਹੁੰਦੀ ਗਈ, ਆਪਣੇ 'ਤੇ ਲੱਗੀਆਂ ਇਸ ਤਰ੍ਹਾਂ ਦੀਆਂ ਬੰਦਿਸ਼ਾਂ ਉਸ ਲਈ ਅਸਹਿ ਹੁੰਦੀਆਂ ਗਈਆਂ। ਅਖੀਰ ਇੱਕ ਵਕਤ ਆਇਆ ਜਦ ਇਹ ਸਹਿਣਾ ਉਸ ਲਈ ਦੁੱਭਰ ਹੋ ਗਿਆ। ਉਹਦੀ ਸਹਿਣ ਸ਼ਕਤੀ ਥੱਕ ਕੇ ਰਹਿ ਗਈ। ਉਰਵਸ਼ੀ ਨੂੰ ਆਪਣੀ ਜ਼ਿੰਦਗੀ ਕੈਦੀਆਂ ਵਾਲੀ ਜ਼ਿੰਦਗੀ ਜਾਪਣ ਲੱਗੀ। ਉਹਨੂੰ ਮਾਂ ਦੀਆਂ ਇਹ ਹਰਕਤਾਂ ਇੰਨੀਆਂ ਬੁਰੀਆਂ ਲੱਗਣ ਲੱਗ ਗਈਆਂ ਕਿ ਉਹਦੀ ਸੁੱਤੀ ਹੋਈ ਉਭਾਸਰਨ ਸ਼ਕਤੀ ਜਿਵੇਂ ਅਚਾਨਕ ਕੋਈ ਚੋਟ ਖਾ ਕੇ ਨਾ ਕੇਵਲ ਜਾਗ ਉੱਠੀ, ਸਗੋਂ ਫੁੰਕਾਰ ਵੀ ਉੱਠੀ। ਪਿਛਲੇ ਦਿਨ ਇੱਕ ਦਿਨ ਜਦ ਪ੍ਰਭਾ ਦੇਵੀ ਨੇ ਉਹਨੂੰ ਰੋਟੀ ਖਾਣ ਲਈ ਕਿਹਾ ਤਾਂ ਦੋਵਾਂ 'ਚ ਇੱਕ ਕਰਾਰੀ ਝੜਪ ਸ਼ੁਰੂ ਹੋਈ, ਜਿਹੜੀ ਵੱਧਦੀ ਤਕਰਾਰ ਦੀ ਸ਼ਕਲ ਧਾਰਨ ਕਰ ਗਈ। ਉਰਵਸ਼ੀ ਦਾ ਰੋਟੀ ਖਾਣ ਤੋਂ ਇਨਕਾਰ ਕਰਨਾ ਪ੍ਰਭਾ ਦੇਵੀ ਲਈ ਕੋਈ ਨਵੀਂ ਗੱਲ ਨਹੀਂ ਸੀ, ਜਦਕਿ ਅੱਗੇ ਵੀ ਕਈ ਵਾਰੀ ਉਹ ਦਿਲ ਨਾ ਹੋਣ ਕਰਕੇ ਨਹੀਂ ਸੀ ਖਾਇਆ ਕਰਦੀ। ਮੈਨੂੰ ਨਹੀਂ ਭੁੱਖ। ਉਰਵਸ਼ੀ ਦੇ ਇਸ ਵਾਕ ਦਾ ਬਾਹਰਲਾ ਅਰਥ ਜਿੰਨਾ ਸਪਸ਼ਟ ਸੀ, ਇੰਨਾ ਸਪਸ਼ਟ ਉਹਦਾ ਅੰਤਰੀ ਭਾਵ ਨਹੀਂ ਸੀ। ਉਰਵਸ਼ੀ ਦੀ ਆਵਾਜ਼ 'ਚ ਇੰਨੀ ਕੜਕ ਤੇ ਉਹਦੇ ਸ਼ਬਦਾਂ 'ਚ ਇੰਨੀ ਤਲਖੀ
ਇਹ ਸ਼ਾਇਦ ਇਹ ਤੋਂ ਪਹਿਲਾਂ ਪ੍ਰਭਾ ਦੇਵੀ ਦੇ ਸਾਹਮਣੇ ਕਦੀ ਨਹੀਂ ਸੀ ਆਈ। ਉਹਨੇ ਕੁਝ ਡਰ ਕੇ, ਕੁਝ ਘਬਰਾ ਕੇ, ਕੁਝ ਖਿਝ ਕੇ ਕਿਹਾ, ਕਿਉਂ ਨਹੀਂ ਅੱਜ ਇਸ ਤਰ੍ਹਾਂ ਖਾਣ ਨੂੰ ਪੈਂਦੀ ਹੈ, ਕੀ ਹੋ ਗਿਆ ਤੈਨੂੰ? ਕੁਝ ਨਹੀਂ ਹੋਇਆ, ਬਸ ਬੁਲਾਓ ਨਾ ਮੈਨੂੰ। ਬੁਲਾਵਾਂ ਨਾ? ਨਾ। ਕਿਉਂ? ਮੈਨੂੰ ਨਹੀਂ ਪਤਾ। ਉਰਵਸ਼ੀ ਗੱਲ ਕੀ ਹੈ? ਪਰ ਗੱਲ ਹੋਰ ਕੀ ਹੋਣੀ ਹੈ? ਇਹ ਹਰ ਵੇਲੇ ਜਿਹੜੀ ਤੁਹਾਡੀ ਸ਼ੱਕ ਦੀ ਤਲਵਾਰ ਮੇਰੇ ਸਿਰ ਤੇ ਲਟਕਦੀ ਰਹਿੰਦੀ ਹੈ, ਇਹ ਕਿਸੇ ਦਿਨ ਮੇਰੀ ਜਾਨ ਲੈ ਕੇ ਛੱਡੇਗੀ। ਉਰਵਸ਼ੀ ਤੂੰ ਕੀ ਕਹਿ ਰਹੀ ਹੈ? ਮੈਂ ਡੈਣ ਹਾਂ ਜੋ ਪਿੱਛੋਂ ਢਿੱਡੋਂ ਜੰਮੀ ਔਲਾਦ ਨੂੰ ਖਾਵਾਂਗੀ? ਮੈਨੂੰ ਪਹਿਲਾਂ ਇਸ ਚਿੱਕ ਦਾ ਮਤਲਬ ਦੱਸੋ ਮਾਤਾ ਜੀ। ਇਹ ਤੁਸੀਂ ਕਿਉਂ ਟੰਗਾਈ ਸੀ ਬਾਰੀ ਅੱਗੇ? ਉਰਵਸ਼ੀ ਵਰਗੀ ਸੰਗਾਊ ਕੁੜੀ ਤੇ ਤੇਜ਼ੀ ਪ੍ਰਭਾ ਦੇਵੀ ਸ਼ਸ਼ੱਦਰ ਰਹਿ ਗਈ। ਉਹ ਇਸ ਤਰ੍ਹਾਂ ਉਸ ਵੱਲ ਝਾਕੀ ਜਿਵੇਂ ਹਵਾ ਦੇ ਕਿਸੇ ਇੱਕੋ ਬੁੱਲੇ ਨੇ ਉਹਦੇ ਦੁਆਲੇ ਫੈਲੇ ਹੋਏ ਸੰਕੋਚ ਦੇ ਬਦਲਾਂ ਨੂੰ ਉਡਾ ਖੜਿਆ। ਜਿਸ ਧੀ ਨੇ ਅੱਜ ਤੱਕ ਮਾਂ ਦੀ ਵੱਡੀ ਤੋਂ ਵੱਡੀ ਪਾਬੰਦੀ ਅੱਗੇ ਵੀ ਕਸੀਸ ਨਹੀਂ ਸੀ ਵੱਟੀ ਕਿ ਉਹ ਉਹੀ ਉਰਵਸ਼ੀ ਸੀ ਜਿਹੜੀ ਅੱਜ ਪੂਰਾ ਮੂੰਹ ਖੋਲ ਕੇ ਉਹਨੂੰ ਕਹਿ ਰਹੀ ਸੀ, ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ। ਤਾਂ ਹੁਣ ਖੈਰ ਨਹੀਂ। ਪ੍ਰਭਾ ਦੇਵੀ ਦੇ ਅੰਦਰੋਂ ਗੋਲਾ ਫਟਣ ਵਰਗੀ ਆਵਾਜ਼ ਉੱਠੀ। ਕੁੜੀ ਦੀਆਂ ਅੱਖਾਂ ਖੁੱਲ੍ਹ ਚੁੱਕੀਆਂ ਨੇ। ਇਸ ਖਿਆਲ ਦਾ ਆਉਣਾ ਸੀ ਕਿ ਪ੍ਰਭਾ ਦੇਵੀ ਦੀਆਂ ਤਣੀਆਂ ਭਵਾਂ ਝੁਕ ਗਈਆਂ। ਉਹਨੇ ਉਰਵਸ਼ੀ ਦਾ ਹੱਥ ਪਿਆਰ ਨਾਲ ਫੜ ਕੇ ਕਿਹਾ, ਚਿੱਕ ਟੰਗਨ ਤੋਂ ਐਡਾ ਗੁੱਸਾ? ਲੈ ਮੈਂ ਹੁਣੇ ਲਾ ਦੇਣੀ। ਉਹ ਮੰਜੇ ਤੋਂ ਉੱਠਣ ਹੀ ਲੱਗੀ ਸੀ ਕਿ ਉਰਵਸ਼ੀ ਨੇ ਇਹ ਕਹਿੰਦਿਆਂ ਉਹਨੂੰ ਬਾਹੋਂ ਫੜ ਲਿਆ। ਨਾ ਨਾ, ਹੁਣ ਨਾ ਉਤਾਰਨੀ। ਮਾਤਾ ਜੀ ਤੁਹਾਨੂੰ ਮੇਰੀ ਸਹੁੰ ਹੈ। ਮੈਨੂੰ ਸਿਰਫ ਤੁਸੀਂ ਇੱਕੋ ਗੱਲ ਦੱਸ ਦਿਓ ਕਿ ਤੁਸੀਂ ਮੇਰੇ 'ਚ ਕੀ ਬੁਰਾਈ ਵੇਖੀ? ਤੇਰੇ 'ਚ ਬੁਰਾਈ? ਪ੍ਰਭਾ ਦੇਵੀ ਨੇ ਪਿਆਰ ਨਾਲ ਉਹਦਾ ਸਿਰ ਪਲੋਸਦਿਆਂ ਗਿਆ, ਤੇਰੇ 'ਚ ਕੌਣ ਕਹਿੰਦਾ ਹੈ? ਮੈਂ ਤਾਂ ਉਸ ਗੁਆਂਢੀ ਕਰਕੇ ਲਾਈ ਸੀ। ਕਿਹੜਾ ਗੁਆਂਢੀ? ਉਹੀ ਜਿਹੜਾ ਉਹ ਆਪਣਾ ਕਿਰਾਏਦਾਰ। ਉਸ 'ਚ ਤੁਸੀਂ ਕੀ ਐਬ ਵੇਖਿਆ ਸੀ ਭਲਾ? ਐਬ ਦੀ ਗੱਲ ਨਹੀਂ, ਫਿਰ ਵੀ ਵੇਖੇ ਨਾ ਰਾਣੀ, ਤੂੰ ਅਜੇ ਦੁਨੀਆ ਵੇਖੀ ਨਹੀਂ। ਅੱਜ ਕੱਲ੍ਹ ਦੇ ਸਮੇਂ 'ਚ ਕਿਸੇ ਦਾ ਵਸਾ ਨਹੀਂ। ਪਰ ਵਸਾ ਜਾਂ ਬੇਵਸਾਈ ਦਾ ਸਵਾਲ ਤਾਂ ਉੱਥੇ ਹੁੰਦਾ ਮਾਤਾ ਜੀ ਜਿੱਥੇ ਕੋਈ ਲੈਣ ਦੇਣ, ਕੋਈ ਵੰਡ ਵਿਹਾਰ ਹੋਵੇ। ਉਸ ਵਿਚਾਰੇ ਪਰਦੇਸੀ ਨਾਲ ਸਾਡੀ ਕਿਹੜੀ ਸਾਂਝ ਸੀ? ਇੰਨਾ ਚਿਰ ਹੋਇਆ ਸੀ ਰਹਿੰਦੇ ਨੂੰ, ਕਿਸੇ ਨੂੰ ਪਤਾ ਤੱਕ ਨਹੀਂ ਜੋ ਕਿਹੜੇ ਵੇਲੇ ਆਉਂਦਾ, ਕਿਹੜੇ ਵੇਲੇ ਜਾਂਦਾ। ਇਹ ਤਾਂ ਠੀਕ ਕਹਿੰਦੀ ਹੈ ਤੂੰ, ਫਿਰ ਵੀ ਸਿਆਣੇ ਕਹਿੰਦੇ ਹੁੰਦੇ ਨੇ, ਘਰ ਪੱਕਾ ਰੱਖ ਆਪਣਾ, ਚੋਰ ਨਾ ਕਿਸੇ ਨੂੰ ਆਖ। ਇਹਦਾ ਤਾਂ ਇਹ ਮਤਲਬ ਹੋਇਆ ਕਿ ਉਸ ਆਦਮੀ ਪਾਸੋਂ ਤੁਹਾਡੇ ਘਰ ਨੂੰ ਕੋਈ ਖਤਰਾ ਹੈ। ਨਹੀਂ ਨਹੀਂ ਸ਼ੁਦੈਣੇ, ਤੂੰ ਤਾਂ ਹੱਥ ਧੋ ਕੇ ਪਿੱਛੇ ਪੈ ਜਾਂਦੀ ਹੈ ਕਿਸੇ ਗੱਲ ਦੇ। ਪਰ ਮਾਤਾ ਜੀ ਤੁਸੀਂ ਇਹ ਤਾਂ ਦੱਸੋ ਕਿ ਉਹਦੀ ਕਿਹੜੀ ਗੱਲ ਬੁਰੀ ਲੱਗੀ ਸੀ ਤੁਹਾਨੂੰ? ਸੱਚ ਪੁੱਛਣੀ ਹੈ। ਹਾਂ, ਗੁੱਸਾ ਨਾ ਕਰੀ ਮੇਰੀ ਗੱਲ ਦਾ। ਮੈਨੂੰ ਇਹੋ ਜਿਹਾ ਆਦਮੀ ਜ਼ਹਿਰ ਲੱਗਦਾ ਜਿਹੜਾ ਹਰ ਵੱਡੇ ਛੋਟੇ ਦੀ ਰੀਸ ਕਰਨ ਲੱਗ ਪਵੇ। ਕਿਹਦੀ ਰੀਸ ਕੀਤੀ ਉਹਨੇ? ਤੇਰੀ। ਕੀ? ਮੈਂ ਵੇਖਦੀ ਨਹੀਂ ਪਈ ਕਈਆਂ ਦਿਨਾਂ ਤੋਂ ਜਦੋਂ ਵੀ ਤੂੰ ਗਾਣਾ ਸ਼ੁਰੂ ਕਰਦੀ ਹੈ ਉਸੇ ਵੇਲੇ ਉਹਨੂੰ ਵੀ ਚੇਤਾ ਆ ਜਾਂਦਾ। ਇਹ ਤਾਂ ਬੜੀ ਬੇਇਨਸਾਫੀ ਮਾਤਾ ਜੀ ਉਸ ਵਿਚਾਰੇ ਨਾਲ ਤੁਹਾਡੀ। ਤੂੰ ਤਾਂ ਇਸ ਤਰ੍ਹਾਂ ਚਿੜਨ ਰਹੀ ਹੈ। ਉਹ ਤੋਂ ਜੀਕਣ ਬੋਲਦੀ ਬੋਲਦੀ ਪ੍ਰਭਾ ਦੇਵੀ ਚੁੱਪ ਹੋ ਗਈ। ਮੈਂ ਝੂਠ ਨਹੀਂ ਕਹਿੰਦੀ ਮਾਤਾ ਜੀ। ਉਰਵਸ਼ੀ ਦੇ ਚਿਹਰੇ ਉੱਤੇ ਲਹੂ ਰੰਗੀ ਭਾਰ ਸੀ। ਮੇਰੀ ਉਸ ਨਾਲ ਹਮਦਰਦੀ ਹੈ, ਮੈਂ ਉਹਦੀ ਇੱਜ਼ਤ ਕਰਨੀ ਹੈ। ਇੱਜ਼ਤ ਹੈ? ਪ੍ਰਭਾ ਦੇਵੀ ਨੇ ਕਿਸੇ ਖੌਫ ਹੇਠ ਦਬੀ ਹੋਈ ਆਵਾਜ਼ 'ਚ ਪੁੱਛਿਆ। ਹਾਂ, ਕਿਉਂਕਿ ਉਹ ਇੱਕ ਬੜਾ ਲਾਇਕ ਸੰਗੀਤਕਾਰ ਤੇ ਨਾਲੇ ਸ਼ਾਇਰ ਹੈ। ਮੈਨੂੰ ਤੁਸੀਂ ਆਪ ਹੀ ਤੇ ਇਹਨਾਂ ਚੀਜ਼ਾਂ ਦਾ ਸਵਾਦ ਪਾਇਆ। ਪ੍ਰਭਾ ਦੇਵੀ ਨੂੰ ਆਪਣੀ ਬੇਇਨਸਾਫੀ ਉੱਤੇ ਕਿਸੇ ਹੱਦ ਤੱਕ ਦੁੱਖ ਹੋਣ ਲੱਗ ਪਿਆ। ਉਹਨੇ ਆਪਣਾ ਸਾਰਾ ਮਾਤਰੀ ਪਿਆਰ ਵਰਤਿਆ, ਪਰ ਉਰਵਸ਼ੀ ਦੇ ਚਿਹਰੇ ਤੋਂ ਰੰਜ ਦੀਆਂ ਰੇਖਾਵਾਂ ਨੂੰ ਮਿਟਾ ਨਾ ਸਕੀ। ਇੱਧਰ ਕਈਆਂ ਦਿਨਾਂ ਤੋਂ ਪ੍ਰਭਾ ਦੇਵੀ ਸੋਚ ਰਹੀ ਸੀ ਕਿ ਉਸ ਕਿਰਾਏਦਾਰ ਪਾਸੋਂ ਕਿਸੇ ਤਰ੍ਹਾਂ ਮਕਾਨ ਖਾਲੀ ਕਰਾ ਲਏ। ਪਰ ਉਰਵਸ਼ੀ ਦਾ ਡਰ। ਪਰ ਫਿਰ ਇਹ ਵੀ ਤਾਂ ਉਹਨੂੰ ਯਕੀਨ ਨਹੀਂ ਸੀ ਕਿ ਕਿਰਾਏਦਾਰ ਜ਼ਰੂਰ ਉਹਦੇ ਕਹਿਣ 'ਤੇ ਮਕਾਨ ਖਾਲੀ ਕਰ ਦੇਗਾ। ਉਹ ਘੜੀ ਮੁੜੀ ਆਪਣੀ ਭੁੱਲ ਤੇ ਪਛਤਾ ਰਹੀ ਸੀ ਕਿ ਕਿਉਂ ਨਿਗੂਣੇ 5-7 ਰੁਪਏ ਮਹੀਨੇ ਬਦਲੇ ਉਹਨੇ ਜ਼ਹਿਮਤ ਸਹੇੜ ਲਈ। ਦਿਨ ਬੀਤਦੇ ਗਏ। ਪਰਸੋਂ ਹੈਡ ਮਾਸਟਰ ਨੇ ਸੁਨੇਹਾ ਭੇਜਿਆ ਕਿ ਸੋਮਵਾਰ ਉਹ ਉਰਵਸ਼ੀ ਲਈ ਇੱਕ ਟਿਊਟਰ ਲੈ ਕੇ ਆਏਗਾ। ਟਿਊਟਰ ਦੀ ਲੋੜ ਵੀ ਭਾਵੇਂ ਪ੍ਰਭਾ ਦੇਵੀ ਨੂੰ ਸੀ, ਪਰ ਬਹੁਤੀ ਲੋੜ ਉਹਨੂੰ ਹੈਡ ਮਾਸਟਰ ਨਾਲ ਇਕਾਂਤ 'ਚ ਗੱਲਾਂ ਕਰਨ ਦੀ ਸੀ। ਗੱਲਾਂ ਤੋਂ ਛੁੱਟ ਉਹਦੀ ਇਹ ਵੀ ਚਾਹ ਸੀ ਕਿ ਉਰਵਸ਼ੀ ਨੂੰ ਪੂਰੀ ਆਨ ਸ਼ਾਨ ਨਾਲ ਸਜਾ ਕੇ ਉਹ ਇੱਕ ਵਾਰੀ ਹੈਡ ਮਾਸਟਰ ਨੂੰ ਵਿਖਾਵੇ, ਤਾਂ ਜੋ ਇਸ ਬਹਾਨੇ ਹੈਡ ਮਾਸਟਰ ਉਹਦੀ ਧੀ ਦੇ ਚੈਨ ਚੱਕਰ ਤੇ ਨਾਲੇ ਗਹਿਣਾ ਕੱਪੜਾ ਵੀ ਚੰਗੀ ਤਰ੍ਹਾਂ ਵੇਖ ਲਏ। ਉਹਨੂੰ ਖਤਰਾ ਸੀ ਕਿਤੇ ਮੁੰਡਾ ਹੱਥੋਂ ਨਾ ਨਿਕਲ ਜਾਏ। ਅਖੀਰ ਹੈਡ ਮਾਸਟਰ ਨੀਅਤ ਵਕਤ 'ਤੇ ਆ ਪਹੁੰਚਿਆ। ਉਹਦੇ ਨਾਲ ਜਿਸ ਨੌਜਵਾਨ ਨੂੰ ਪ੍ਰਭਾ ਦੇਵੀ ਨੇ ਵੇਖਿਆ, ਇਹ ਤਾਂ ਉਹਨੇ ਸਮਝ ਲਿਆ ਕਿ ਇਹ ਉਰਵਸ਼ੀ ਦਾ ਉਸਤਾਦ ਬਣਨ ਲਈ ਲਿਆਂਦਾ ਗਿਆ। ਪਰ ਇੱਕ ਗੱਲ ਉਸ ਲਈ ਬੜੀ ਹੈਰਾਨੀ ਵਾਲੀ ਸੀ ਕਿ ਇਹ ਇਤਫਾਕ ਕਿਸ ਤਰ੍ਹਾਂ ਬਣ ਗਿਆ। ਹੈਡ ਮਾਸਟਰ ਨੇ ਉਸੇ ਆਦਮੀ ਨੂੰ ਇਸੇ ਕੰਮ ਲਈ ਪਸੰਦ ਕੀਤਾ ਜਿਹਨੂੰ ਉਹ ਉੱਕਾ ਪਸੰਦ ਨਹੀਂ ਸੀ ਕਰਦੀ। ਤਾਂ ਵੀ ਉਹਨੇ ਆਪਣੇ ਵੱਲੋਂ ਕੋਸ਼ਿਸ਼ ਜਾਰੀ ਰੱਖੀ ਕਿ ਮਨ ਦੇ ਇਹਨਾਂ ਭਾਵਾਂ ਨੂੰ ਕਿਸੇ ਉੱਤੇ ਪ੍ਰਗਟ ਨਾ ਹੋਣ ਦੇਵੇ। ਇਸ 'ਚ ਉਹਨੂੰ ਕਿੰਨੀ ਕੁ ਸਫਲਤਾ ਹੋਈ। ਮਦਨ ਜਦ ਪੌੜੀਆਂ ਉੱਤਰ ਗਿਆ ਤਾਂ ਹੈਡ ਮਾਸਟਰ ਦੋਵਾਂ ਮਾਵਾਂ ਧੀਆਂ ਵੱਲ ਤੱਕ ਕੇ ਬੋਲਿਆ, ਪੜ੍ਹਾਈ ਦੀ ਕਾਬਲੀਅਤ ਤੋਂ ਛੁੱਟ ਬੜੇ ਉੱਚੇ ਕਰੈਕਟਰ ਦਾ ਆਦਮੀ ਹੈ ਬੀਬੀ ਜੀ ਮਾਸਟਰ ਮਦਨ। ਕਿੰਨਾ ਸਾਦ ਮੁਰਾਦਾ ਹੈ, ਨਹੀਂ ਤਾਂ ਅੱਜ ਕੱਲ੍ਹ ਦੇ BA ਪਾਸ। ਇਹ ਪਰਮਾਤਮਾ, ਜ਼ਮੀਨ 'ਤੇ ਪੈਰ ਨਹੀਂ ਲੱਗਣ ਦਿੰਦੇ।
ਇਹਦੀ ਇੱਕ ਹੋਰ ਵੱਡੀ ਸਿਫਤ ਇਹ ਵੇਖੀ ਹੈ ਕਿ ਆਪਣੀ ਤਨਖਾਹ ਵਿੱਚੋਂ ਜੋ ਕੁਝ ਬਚਦਾ ਸੋ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ 'ਚ ਖਰਚ ਕਰ ਛੱਡਦਾ ਹੈ ਅਤੇ ਆਪਣੀਆਂ ਇਹਦੀਆਂ ਲੋੜਾਂ ਵੀ ਦੀ ਇਹ ਹਾਲਤ ਹੈ ਕਿ ਅੱਜ ਤੱਕ ਇੱਕ ਸਾਈਕਲ ਨਹੀਂ ਲੈ ਸਕਿਆ। ਮੈਨੇਜਿੰਗ ਕਮੇਟੀ ਪਾਸੇ ਦੀ ਤਰੱਕੀ ਲਈ ਸਿਫਾਰਿਸ਼। ਪ੍ਰਭਾ ਦੇਵੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ, ਜਿਵੇਂ ਉਰਵਸ਼ੀ ਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਕਰਕੇ ਹੈਡਮਾਸਟਰ ਕੋਈ ਭਾਰੀ ਭੁੱਲ ਕਰ ਰਿਹਾ ਹੋਵੇ। ਉਹ ਗੱਲ ਟੋਕ ਕੇ ਬੋਲੀ, ਤੇ ਭਰਾ ਜੀ ਫੀਸ ਕੀ ਲਏਗਾ? ਬੀਬੀ ਜੀ, ਹੈਡਮਾਸਟਰ ਬੋਲਿਆ, ਬੜਾ ਸੰਤ ਆਦਮੀ, ਫੀਸ ਕੋਈ ਦੇ ਤਾਂ ਉਹਨੂੰ ਪਰਵਾਹ ਨਹੀਂ, ਨਾ ਦੇ ਕੋਈ ਚਿੰਤਾ ਨਹੀਂ, ਅਤੇ ਜੋ ਵੀ ਤੁਸੀਂ ਦਿਓਗੇ ਖੁਸ਼ੀ ਨਾਲ ਲੈ ਲਏਗਾ। ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇੱਧਰ ਮੈਂ ਉਹਦੀ ਤਰੱਕੀ ਲਈ ਜ਼ੋਰ ਲਾਉਂਦਾ ਫਿਰਦਾ, ਉਧਰ ਮਾਸਟਰ ਮਦਨ ਨੇ ਨੌਕਰੀ ਤੋਂ ਹੀ ਅਸਤੀਫਾ ਦੇ ਦਿੱਤਾ ਹੈ, ਕਿਸੇ ਅਖਬਾਰ ਦਾ ਐਡੀਟਰ ਬਣਨ ਜਾ ਰਿਹਾ। ਬੜੀ ਮੁਸ਼ਕਿਲ ਨਾਲ ਥੋੜ੍ਹੇ ਚਿਰ ਲਈ ਰੋਕਿਆ। ਹਾਂ, ਹੋਰ ਕੀ ਗੱਲ ਕਰਨੀ ਸੀ ਤੁਸੀਂ? ਹੈਡਮਾਸਟਰ ਨੇ ਵਾਪਸ ਜਾਣ ਦੀ ਕਾਹਲੀ 'ਚ ਪ੍ਰਭਾ ਦੇਵੀ ਨੂੰ ਪੁੱਛਿਆ। ਆਓ ਜ਼ਰਾ ਨਾਲ ਦੇ ਕਮਰੇ 'ਚ, ਕਹਿ ਕੇ ਪ੍ਰਭਾ ਦੇਵੀ ਉੱਠੀ। ਉਹਦੇ ਮਗਰ ਹੀ ਹੈਡਮਾਸਟਰ ਵੀ ਤੁਰ ਗਿਆ। ਉਰਵਸ਼ੀ ਕਮਰੇ 'ਚ ਇਕੱਲੀ ਰਹਿ ਗਈ। ਡਰੈਸਿੰਗ ਰੂਮ 'ਚ ਆਦਮਕਦ ਸ਼ੀਸ਼ੇ ਪਾਸ ਰੱਖੀਆਂ ਹੋਈਆਂ ਦੋਵਾਂ ਕੁਰਸੀਆਂ 'ਚੋਂ ਇੱਕ ਉੱਤੇ ਹੈਡਮਾਸਟਰ ਬੈਠ ਗਿਆ, ਦੂਜੀ 'ਤੇ ਪ੍ਰਭਾ ਦੇਵੀ। ਕਮਰੇ ਦੀ ਸਜਾਵਟ ਵੇਖ ਕੇ ਹੈਡਮਾਸਟਰ ਦੀਆਂ ਅੱਖਾਂ 'ਚ ਧੁੰਦੀਆਂ ਆ ਗਈਆਂ। ਮੈਂ ਇਸ ਕਰਕੇ ਤੁਹਾਨੂੰ ਖੇਚਲ ਦਿੱਤੀ ਹੈ, ਪ੍ਰਭਾ ਦੇਵੀ ਬੋਲੀ। ਤੁਸੀਂ ਜੋ ਕਿਹਾ ਸੀ ਕਿ ਮੁੰਡੇ ਬਾਬਤ ਪਤਾ ਕਰਕੇ ਦੱਸਾਂਗੇ, ਮੁੜ ਕੇ ਪਤਾ ਥੋਆ ਹੀ ਤੁਸੀਂ ਕੋਈ ਨਾ ਕੀਤਾ। ਤੁਸੀਂ ਜਾਣਦੇ ਹੋ ਭਰਾ ਜੀ, ਕੁੜੀ ਦਾ ਸਿਰ ਛੱਤ ਨੂੰ ਛੂਹਣ ਲੱਗ ਪਿਆ। ਮੈਨੂੰ ਖਾਧਾ ਪੀਤਾ ਨਹੀਂ ਲੱਗਦਾ ਇਹਦੀ ਚਿੰਤਾ 'ਚ। ਤੁਹਾਡੇ ਬਗੈਰ ਹੁਣ ਮੇਰਾ ਕੌਣ ਹੈ? ਮੇਰੇ ਪੇਕਿਆਂ ਦੀ ਥਾਂ ਵੀ ਤੁਸੀਂ ਅਤੇ ਸਹੁਰਿਆਂ ਦੀ ਥਾਂ ਵੀ। ਮੈਨੂੰ ਅਫਸੋਸ ਹੈ ਬੀਬੀ ਜੀ। ਹੈਡਮਾਸਟਰ ਦੇ ਚਿਹਰੇ ਉੱਤੇ ਤੇ ਉਹਦੀ ਆਵਾਜ਼ 'ਚ ਅਫਸੋਸ ਦਾ ਰੰਗ ਸੀ। ਉਹ ਲੜਕਾ ਰੁਕ ਚੁੱਕਾ ਹੈ। ਪਰਸੋਂ ਮੈਨੂੰ ਉਹਦੇ ਪਿਓ ਦੀ ਚਿੱਠੀ ਆਈ ਸੀ, ਪਰ ਮੈਂ ਸੰਕੋਚ ਦੇ ਮਾਰੇ ਤੁਹਾਡੇ ਅੱਗੇ ਜ਼ਿਕਰ ਨਹੀਂ ਸੀ ਕਰ ਸਕਦਾ। ਦਰਅਸਲ ਮੁੰਡੇ ਅੱਜ ਕੱਲ੍ਹ ਦੇ, ਖਾਸ ਕਰਕੇ ਅਮੀਰਾਂ ਦੇ ਮੁੰਡੇ, ਬੜੇ ਖਰ ਦਿਮਾਗ ਹੁੰਦੇ ਨੇ। ਕੋਈ ਨਾ ਕੋਈ ਨਵੀਂ ਟੁੱਚਰ ਡਾਹ ਬਹਿੰਦੇ ਨੇ। ਮੁੰਡਾ ਉਹ ਹਰ ਲਿਹਾਜ਼ ਨਾਲ ਉਰਵਸ਼ੀ ਲਈ ਫਿੱਟ ਸੀ। ਜੇ ਕੰਮ ਹੋ ਜਾਂਦਾ ਦੋਹਾਂ ਦੇ ਭਾਗ ਖੁੱਲ੍ਹ ਪੈਂਦੇ, ਪਰ ਆਖਰ ਮੁੰਡਾ ਆਪਣੀ ਮਨਮਾਨੀ ਕਰਕੇ ਹੀ ਰਿਹਾ। ਕੀ? ਪ੍ਰਭਾ ਦੇਵੀ ਦਾ ਸਾਹ ਸੱਤ ਜਿਵੇਂ ਜਵਾਬ ਦੇ ਰਿਹਾ ਸੀ। ਕਹਿਣ ਲੱਗਾ, ਮੈਂ ਕੁੜੀ ਆਪਣੀ ਪਸੰਦ ਹੀ ਲੈਣੀ ਹੈ, ਅਤੇ ਮੈਂ ਇੱਥੋਂ ਤੱਕ ਤਾਂ ਉਹਨੂੰ ਯਕੀਨ ਦਿਵਾ ਦਿੱਤਾ ਕਿ ਕੁੜੀ ਤੈਨੂੰ ਦਿਖਾਤੀ ਜਾਏਗੀ। ਪਰ ਕੀ ਦੱਸਾਂ ਬੀਬੀ ਜੀ, ਅੱਜ ਕੱਲ੍ਹ ਦੇ ਨੌਜਵਾਨਾਂ ਉੱਤੇ ਪੱਛਮੀ ਰੰਗ ਨੇ ਇੰਨਾ ਗਲਬਾ ਪਾ ਲਿਆ, ਸਮਝ ਨਹੀਂ ਆਉਂਦੀ ਸਾਡੇ ਮੁਲਕਾਂ ਦਾ ਬਣੇਗਾ ਕੀ। ਘਾਬਰ ਕੇ ਪ੍ਰਭਾ ਦੇਵੀ ਨੇ ਪੁੱਛਿਆ, ਪਰ ਮੁੰਡਾ ਚਾਹੁੰਦਾ ਕੀ ਸੀ? ਸਿਰ ਫਿਰੇ ਆਦਮੀਆਂ ਪਾਸੋਂ ਜੋ ਉਮੀਦ ਹੋ ਸਕਦੀ ਹੈ ਉਹੀ ਕੁਝ। ਕਿ ਮੈਂ ਵਿਆਹ ਤੋਂ ਪਹਿਲਾਂ ਕੋਰਟਸ਼ਿਪ ਕਰਨੀ ਚਾਹੁੰਦਾ। ਕੋਰਟਸ਼ਿਪ? ਉਹ ਕੀ? ਇਹ ਇੱਕ ਪੱਛਮੀ ਰਿਵਾਜ ਹੈ ਬੀਬੀ ਜੀ, ਬੜੀ ਬੇਹੂਦਾ ਜਿਹਾ। ਕਿ ਵਿਆਹ ਤੋਂ ਪਹਿਲਾਂ ਹੀ ਮੁੰਡੇ ਕੁੜੀ 'ਚ ਹਰ ਤਰ੍ਹਾਂ ਦੀ ਖੁੱਲ੍ਹ ਹੈ? ਹਾਂ, ਦੁੱਖ ਤਾਂ ਇਹ ਗੱਲ ਦਾ ਹੈ ਕਿ ਅੱਜ ਕੱਲ੍ਹ ਦੇ ਮਾਪਿਆਂ ਦੀ ਅਕਲ 'ਤੇ ਵੀ ਪੱਥਰ ਪੈ ਗਏ ਨੇ। ਰੁੜਕੀ ਦਾ ICS ਉਸੇ ਵਰਗਾ ਮੂਰਖ ਲੱਭਿਆ ਉਹਨੂੰ, ਜਿਹਨੇ ਮੁੰਡੇ ਨੂੰ ਕੋਰਟਸ਼ਿਪ ਅਲਾਅ ਕਰ ਦਿੱਤਾ। ਨਤੀਜਾ ਹੋਇਆ ਕਿ ਇੱਕ ਹਫ਼ਤਾ ਦੋਵੇਂ ਮੁੰਡਾ ਕੁੜੀ ਬਾਹਰ ਰਹਿਣ ਤੋਂ ਬਾਅਦ ਸਿਵਲ ਮੈਰਿਜ ਕਰਾ ਕੇ ਘਰ ਆ ਗਏ। ਇਹ ਹਾਲ 'ਚ ਅੱਜ ਕੱਲ੍ਹ ਦੇ ਮੁੰਡਿਆਂ ਦਾ। ਸਮਾਂ ਹੀ ਗਰਕਣ 'ਤੇ ਆ ਗਿਆ। ਪ੍ਰਭਾ ਦੇਵੀ ਦੀਆਂ ਉਮੀਦਾਂ ਦਾ ਕਿੰਗਰਾ ਢਹਿ ਗਿਆ। ਉਹਨੇ ਹੈਡਮਾਸਟਰ ਨੂੰ ਸੱਦਿਆ ਸੀ ਬਹੁਤ ਕੁਝ ਦੱਸਣ ਪੁੱਛਣ ਲਈ, ਪਰ ਹੁਣ ਕੁਝ ਵੀ ਦੱਸਣਾ ਪੁੱਛਣਾ ਉਸ ਲਈ ਬਾਕੀ ਨਹੀਂ ਸੀ। ਉਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਹੈਡਮਾਸਟਰ ਨੂੰ ਵਿਦਾ ਕਰਨ ਲੱਗੀ ਤਾਂ ਉਹਦਾ ਦਿਲ ਡਿਗੂੰ ਕਰ ਰਿਹਾ ਸੀ। ਧੰਨਵਾਦ।